अस्सलाम वालेकुम रहमतुल्लाहि व बरकातुहू। दोस्तों, इस वक्त जो आप हमारे साथ साथ खूबसूरत तरीन नज़ारे देख रहे हैं, जन्नत नज़ीर नज़ारे। मेरा ख्याल है किसी इंसान ने जन्नत तो नहीं देखी हुई, लेकिन हमने सिर्फ मिसालें सुनी हुई हैं कि किस तरह की होगी। तो इसमें से अगर इस नज़ारे को भी देखें, दरख्त ग्रीन और सड़कों का इंतज़ाम, और कोई फ़िक्र फाका नहीं है तो कोई गलत ड्राइविंग करता हुआ बंदा आगे से आपको प्रॉब्लम डालेगा। सोच भी आपकी बड़ी साफ़ सुथरी, दोस्त भी आपके साथ अच्छे, तो मैंने कहा साथ आपको भी शामिल कर लेते हैं। ये जो इस वक्त जा रहे हैं हम, ये एक रास्ता है बाद होमबुर्ग से या मोटरवे से उतर के तो नोए आंसबाग की तरफ। ये मेरा ख्याल है बुंडसट्रा से है। दोनों साइडों पे इसके घना जंगल नज़र आ रहा है और दरमियान में से जो कभी कभी आसमान थोड़ा सा नज़र आता है, डूबता सूरज, और साथ नीले आसमान के ऊपर वाइट रंग के बादल, छोटे छोटी टुकड़ियाँ। अपना मिर्ज़ा साहब नज़र तुसी पाओ कि कोई अल्फाज, मैं क्या कोई तुसी भी कोई अल्फाज ये दसो ना जी, अपनी नज़र बयान करो। कोई ये खूबसूरत नज़ारे जेडे देख रहे हैं असी, पता नहीं जिन्हें जन्नत दे असी जो असी सुनिया ने ना सिर्फ वो ਅਸੀਂ ਸੋਏ ਇਹਨਾਂ ਨੂੰ ਜਦੋਂ ਦੇਖਨੇ ਹੋ ਜੇ ਨਜ਼ਾਰਿਆਂ ਨੂੰ ਤਾਂ ਫਿਰ ਲੱਗਦਾ ਕਿ ਹੋ ਸਕਦਾ ਜਿਹੜੀ ਜੰਨਤ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦਾ ਹੀ ਹੋਏ ਕੋਈ ਕੰਮ। ਅਫਸਰ ਸਾਹਿਬ, ਮੈਂ ਅੱਜ ਗੀਜ਼ਨ ਦੀ ਸਾਈਡ ਤੇ ਗਿਆ। ਅੱਛਾ। ਉਸ ਜਗ੍ਹਾ ਤੇ ਮੈਂ ਇੱਕ ਪਿੰਡ ਨੂੰ ਮੈਂ ਵੇਖਿਆ ਜਿਹੜਾ ਸਿਰਫ ਪਹਾੜੀ ਦੇ ਉੱਤੇ ਤੇ ਉਹਦੇ ਉੱਤੇ ਇੱਕ ਬੁਰਜੀ ਬਣੀ ਸੀ। ਪੂਰਾ ਛੋਟਾ ਜਿਹਾ ਪਿੰਡ। ਪਿੰਡ ਦਾ ਨਾਂ ਤਾਂ ਨਹੀਂ ਇਸ ਦਿਨ ਚ ਆਇਆ, ਪੜਨ ਆਇਆ ਕਿ ਥੋੜੇ ਫਾਸਲੇ ਤੇ ਸੀ, ਲੇਕਿਨ ਉਹ ਅੰਤਾਈ ਖੂਬਸੂਰਤ। ਮੇਰਾ ਦਿਲ ਕੀਤਾ ਉਹਨੂੰ ਮੈਂ ਉਹਦੀ ਤਸਵੀਰ ਲਾਂ, ਲੇਕਿਨ ਬਾਰਿਸ਼ ਹੋਣ ਦੀ ਵਜ੍ਹਾ ਨਾਲ ਤਸਵੀਰ ਨਹੀਂ ਲਾ ਸਕਿਆ। ਲੇਕਿਨ ਬਹੁਤ ਖੂਬਸੂਰਤ ਵੈਟਸਲਟ ਤੋਂ ਤੇ ਗੀਜ਼ਨ ਦੇ ਦਰਮਿਆਨ ਦੇ ਵਿੱਚ ਉਹ। ਲੇਕਿਨ ਇੱਕ ਗੱਲ ਹੈ ਮਿਰਜ਼ਾ ਸਾਹਿਬ, ਇਹ ਜਿਹੜੇ ਮੁਲਕ ਨੇ ਨਾ ਯੂਰਪ ਦੇ, ਜਿਹੜੇ ਵੀ ਮੁਲਕ ਚਲੇ ਜਾਓ, ਬਲਕਿ ਜਿੰਨੀਆਂ ਇਹ ਤਰੱਕੀ ਯਾਫਤਾ ਕੌਮਾਂ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਨਵਾਜ਼ਿਆ ਆਪਣੇ ਇਨਾਮਾਤ ਦੇ ਨਾਲ, ਇਹ ਅਗਰ ਇਹਦੇ ਤੇ ਗੌਰ ਕਰੋ ਕਿ ਕਿਉਂ ਇਹਨਾਂ ਨੂੰ ਨਵਾਜ਼ਿਆ ਗਿਆ ਹੈ। ਤੇ ਜਿਹੜੇ ਮੁਸਲਮਾਨ ਕੰਟਰੀਜ਼ ਨੇ, ਜਿਹੜਾ ਸਾਡਾ ਦਾਅਵਾ ਹੈ ਕਿ ਇਸਲਾਮ ਜਿਹੜਾ ਮਜ਼ਹਬ ਹੈ ਬੇਸਿਕਲੀ ਉਹੀ ਮਜ਼ਹਬ ਹੈ ਪੂਰੀ ਦੁਨੀਆ ਵਾਸਤੇ ਨਾ, ਔਰ ਅੱਲਾਹ ਤਾਲਾ ਨੇ ਰਸੂਲ ਪਾਕ ਸੱਲਮ ਨੂੰ ਭੇਜਿਆ ਤੇ ਉਹ। ਲੇਕਿਨ ਜਦੋਂ ਅਸੀਂ ਗੌਰ ਕਰਨੇ ਕਿ ਇਨਾਮਾਤ ਜਿਹੜੇ ਨੇ ਉਹ ਸਾਰੇ, ਔਰ ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਅੱਲਾਹ ਤਾਲਾ ਵੱਲੋਂ, ਇਹ ਸਾਰੀਆਂ ਇਹਨਾਂ ਕੋਲ ਨੇ ਹੈ। ਇਹਦੇ ਵਿੱਚ ਜਿਹੜੀ ਬੈਕਗਰਾਉਂਡ ਹੈ ਨਾ, ਉਹ ਇਹ ਨਜ਼ਰ ਆਉਂਦੀ ਕਿ ਇਮਾਨਦਾਰੀ ਤੇ ਇਨਸਾਨੀਅਤ ਦੀ ਜਿਹੜੀ ਕਦਰ ਹੈ ਉਹਦੇ ਸਿਰੇ ਦੇ ਵਿੱਚ ਖੁਦਾ ਤਾਲਾ ਤੁਹਾਨੂੰ। ਅਗਰ ਤੁਸੀਂ ਇਮਾਨਦਾਰ ਨਹੀਂ ਹੈਗੇ, ਅਗਰ ਤੁਹਾਡੇ ਦਿਲਾਂ ਦੇ ਵਿੱਚ ਖੋਟ ਹੈਗੀ ਹੈ, ਤੁਸੀਂ ਇੱਕ ਦੂਜੇ ਦਾ ਹੱਕ ਮਾਰਨਾ, ਆਵਾਮ ਦਾ ਪੈਸਾ ਜਿਹੜਾ ਅੱਲਾਹ ਤਾਲਾ ਨੇ ਰੱਖਿਆ, ਉਹਨਾਂ ਦਾ ਰਿਜ਼ਕ, ਉਹ ਤੁਸੀਂ ਖੋਹ ਕੇ ਆਪਣੀਆਂ ਜੇਬਾਂ 'ਚ ਭਰ ਕੇ ਤੇ ਸਰੇ ਮਹੱਲ ਤੇ ਜਾਂ ਇੱਥੇ ਫਲੈਟਸ ਲੰਡਨ 'ਚ ਪਾ ਲੈਣੇ ਨੇ, ਜਾਂ ਮਤਲਬ ਸਵਿਟਜ਼ਰਲੈਂਡ ਦੇ ਬੈਂਕ ਭਰ ਲੈਣੇ ਨੇ, ਉਹ ਫਿਰ ਉਹਨਾਂ ਕੌਮਾਂ ਦੇ ਉੱਤੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਪਿਸਣ ਦੇ ਨਾਲ ਜਿਹੜੀ ਕਰਪਸ਼ਨ ਹੈ ਉਹ ਸਾਰੀ ਜਿਹੜੀ ਹੈ ਨਾ, ਉਹ ਤੁਹਾਡੀ ਆਟੋਮੈਟਿਕਲੀ ਵੱਧਦੀ ਚਲੀ ਜਾਂਦੀ ਹੈ। ਲਓ ਜੀ, ਸਾਡਾ ਰਸਤਾ ਥੋੜਾ ਜਿਹਾ ਇੱਥੇ ਚੇਂਜ ਹੋਣਾ ਤੇ ਤੁਹਾਡੇ ਨਾਲ ਗੁਫ਼ਤਗੂ ਅੱਗੇ ਇਨਸ਼ਾਅੱਲਾ ਰੱਖਦੇ ਹਾਂ। ਲਓ ਜੀ, ਸਾਡੀ ਗੱਲ ਜਿਹੜੀ ਚੱਲ ਰਹੀ ਸੀ, ਇਹੀ ਚੱਲ ਰਹੀ ਸੀ ਕਿ ਇਹ ਕੌਮਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਅੱਲਾ ਦਾ ਖਾਸ ਕਰਮ ਤੇ ਖਾਸ ਫਜ਼ਲ ਕਿਉਂ ਹੋਇਆ। ਗਾਉਂ ਤੁਹਾਨੂੰ ਨਾਲ ਨਾਲ ਨਜ਼ਰ ਆ ਰਹੇ ਨੇ। 5 ਨੰਬਰ ਆਟੋਬਾਨ ਤੋਂ ਉਤਰ ਕੇ ਜਦੋਂ ਅਸੀਂ ਨੋਏ ਆਂਸਬਾਗ ਵਾਲੀ ਸਾਈਡ ਉਜ਼ਿੰਗਨ ਵਾਸਤੇ ਉਤਰੇ ਹਾਂ, ਉਹ ਅੱਲਾਹ ਤਾਲਾ ਦੀਆਂ ਜਿਹੜੀਆਂ ਮਿਹਰਬਾਨੀਆਂ ਨੇ ਉਹ ਤੇ ਸਾਰੇ ਇਨਸਾਨਾਂ ਤੇ ਹੁੰਦੀਆਂ ਨੇ, ਕੋਈ ਇਨਸਾਨ ਨਹੀਂ ਜਿਹਦੇ ਉੱਤੇ। ਲੇਕਿਨ ਅੱਗੋਂ ਅਗਰ ਇਨਸਾਨ ਬੇਈਮਾਨ ਹੋਣ, ਉਹ ਦੂਜਿਆਂ ਦਾ ਹੱਕ ਮਾਰ ਕੇ ਆਪਣੀਆਂ ਜੇਬਾਂ ਭਰ ਲੈਣ, ਤੇ ਫਿਰ ਉਹ ਜਿਹੜੇ ਅਮਾਲ ਜਿਹੜੇ ਨੇ, ਜਿਹੜੇ ਮਾਲੋ ਸਬਾਬ ਜਾਂ ਜਿਹੜੀਆਂ ਬਰਕਾ, ਉਹ ਫਿਰ ਉਹ ਇੱਕ ਥਾਂ ਤੇ ਚਲੀਆਂ ਜਾਂਦੀਆਂ ਨੇ, ਬਾਕੀ ਲੋਕਾਂ ਦਾ ਹੱਕ ਮਾਰਿਆ ਜਾਂਦਾ, ਉਹ ਪੀਸੇ ਜਾਂਦੇ ਨੇ, ਉਹ ਫਿਰ ਉੱਥੇ ਕਰਪਸ਼ਨ ਜਨਮ ਲੈਂਦੀ ਹੈ। ਫਿਰ ਉਹ ਸਾਰੀ ਉੱਤੋਂ ਲੱਗ ਕੇ ਸਦਰ ਤੋਂ ਲੱਗ ਕੇ ਥੱਲੇ ਚਪੜਾਸੀ ਤੱਕ ਜਿਹੜੇ ਨਾ, ਉਹਨਾਂ ਦਾ ਦਿਲ ਇਹ ਹੁੰਦਾ ਕਿ ਸਾਨੂੰ ਮੌਕਾ ਮਿਲੇ ਕਿ ਅਸੀਂ ਜਿਹੜਾ ਨਾ ਇੱਕ ਦੂਜੇ ਦਾ ਮਤਲਬ ਕਿ ਵੱਢ ਲਈਏ ਜੇਬ ਨਾ। ਔਰ ਇਹ ਸਾਡੇ ਬਦਕਿਸਮਤੀ ਸਾਡੇ ਪਾਕਿਸਤਾਨ ਦੀ ਹੈ ਕਿ ਜਦੋਂ ਜਿਹੜੇ ਮੌਕੇ ਜਿਹੜੇ ਬਣਦੇ ਨੇ ਨਾ ਸਾਡੇ ਹੁਕਮਰਾਨ, ਉਹਨਾਂ ਨੂੰ ਮਿਲਦਾ ਮੌਕਾ, ਉਹ ਸਾਰਾ ਮਾਲ ਜਿਹੜਾ ਅੱਲਾਹ ਤਾਲਾ ਨੇ ਸਾਰੇ ਦਿੱਤੀਆਂ ਨੇ ਬਰਕਤ, ਉਹ ਸਾਰਾ ਇਕੱਠਾ ਕਰਦੇ ਨੇ, ਜੇਬਾਂ ਭਰ ਕੇ ਤੇ ਬਾਹਰ ਲੈ ਜਾਂਦੇ ਨੇ। ਤੇ ਜਿਹੜੀ ਆਵਾਮ ਹੈ ਉਹ ਪੀਸੀ ਜਾਂਦੀ ਹੈ, ਗੁਰਬਤ ਵੱਧਦੀ ਹੈ, ਫਿਰ ਉਹ ਵੀ ਕਰਪਸ਼ਨ 'ਚ ਪੈ ਜਾਂਦੇ ਨੇ। ਆਂਦੇ ਨੇ ਭਾਈ ਜੀ ਦਾ ਹੱਥ ਪੈਂਦਾ, ਉਹ ਆਪਣਾ ਕੰਮ ਖਿੱਚੋ, ਔਰ ਉਹਦੇ ਨਾਲ ਫਿਰ ਮੁਲਕ ਦੇ ਵਿੱਚ ਨਾਰਗੀ ਫੈਲਦੀ ਹੈ, ਬਿਲਡਿੰਗਾਂ ਗੈਰ ਬਣਦੀਆਂ ਨੇ, ਤਾਂ ਬਾਅਦ ਮਤਲਬ ਹਰ ਚੀਜ਼ ਜਿਹੜੀ ਹੈ ਉਹ ਗੈਰ ਮਿਆਰੀ ਹੋ ਜਾਂਦੀ ਹੈ। ਲੋਕੀ ਜਿਹੜੇ ਨੇ ਇੱਕ ਦੂਜੇ, ਸਭ ਤੋਂ ਬੁਨਿਆਦੀ ਜਿਹੜੀ ਵਜ੍ਹਾ ਨਾ ਮਿਰਜ਼ਾ ਸਾਹਿਬ,
ਮੇਰਾ ਖਿਆਲ ਹੈ ਕਿ ਜਿਹੜਾ ਉੱਥੇ ਸਾਡੇ ਮੁਲਕ ਦੇ ਵਿੱਚ ਮਜ਼ਹਬ ਦੇ ਨਾਲ ਖੇਡਦੇ ਨਾ, ਮਜ਼ਹਬ ਦੇ ਨਾਲ, ਇਹ ਸਭ ਤੋਂ ਵੱਡੀ ਬਿਮਾਰੀ ਹੈ। ਕਿਉਂਕਿ ਮਜ਼ਹਬ ਦੇ ਨਾਲ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਨਾ ਆਪਣੇ ذاتی ਮਕਾਸਦ ਵਾਸਤੇ, ਉਹ ਬਹੁਤ ਖਤਰਨਾਕ ਹੈ। ਕਿਉਂਕਿ ਇਹ ਜਿਹੜਾ ਮਜ਼ਹਬ ਦਾ ਖਲਵਾੜ ਹੈ, ਉਹਦੇ ਨਾਲ ਲੋਕੀ ਸਭ ਤੋਂ ਜ਼ਿਆਦਾ ਪੀਸੇ ਜਾਂਦੇ ਨੇ। ਅਸਲ ਵਿੱਚ ਅਫਸਰ ਸਾਹਿਬ ਉਹਦੇ ਵਿੱਚ ਖੁਦਾ ਜਿਹੜਾ ਡਾਇਰੈਕਟ ਇਨਵੋਲਵਡ ਹੋ ਜਾਂਦਾ ਤੇ ਉਹ ਫਿਰ ਖੁਦਾ ਵੀ ਇੰਟਰਸਟ ਲੈਣਾ ਸ਼ੁਰੂ ਕਰ ਦਿੰਦਾ, ਇਸ ਖੁਦਾ ਵਿੱਚ ਸ਼ਾਮਲ ਹੁੰਦਾ ਹੈ ਤੇ ਫਿਰ ਇਹੋ ਜਿਹੇ ਫਿਰ ਜ਼ਵਾਲ ਆਉਂਦੇ ਨੇ। ਨਹੀਂ, ਉਹ ਤੇ ਖੁਦਾ ਦੀ ਮਖਲੂਕ ਹੈ ਨਾ, ਅੱਲਾਹ ਤਾਲਾ ਨੇ ਪੈਦਾ ਕੀਤਾ ਇਨਸਾਨਾਂ ਨੂੰ, ਤੇ ਜਦੋਂ ਜਿਹੜੀਆਂ ਕੌਮਾਂ ਜਾਂ ਜਿਹੜੇ ਲੀਡਰ ਜਿਹੜੇ ਨੇ ਆਪਣੀ ਕੌਮ ਦੇ ਆਪਣੇ ਲੋਕਾਂ ਦੇ ਮਾਲ ਖਾਣਗੇ ਇਕੱਠਾ ਕਰਕੇ, ਉਹ ਫਿਰ ਖੁਦਾ ਤਾਲਾ ਜਿਹੜਾ ਉਹਨਾਂ ਨੂੰ, ਉਹ ਲੋਕਾਂ ਨੂੰ ਇੰਨੀ ਤੇ ਅਕਲ ਹੈ ਨਾ ਕਿ ਉਹਨਾਂ ਦੇ ਖਿਲਾਫ ਉੱਠ ਖੜੇ ਹੋਣ, ਜਿਹਾਦ ਕਰਨ ਉਹਨਾਂ। ਲੇਕਿਨ ਅਗਰ ਉਹ ਬੇਹਿੱਸ ਹੋ ਜਾਣ, ਉਹ ਮਤਲਬ ਹੈ ਕਿ ਬੈਠੇ ਰਹਿਣ ਆਰਾਮ ਦੇ ਨਾਲ ਕਿ ਠੀਕ ਹੈ ਸਾਡਾ ਕੰਮ ਵਿੱਚ ਹੋਈ ਜੇ ਬੰਦੇ ਖਰੀਦੇ ਜਾਣ ਵਿੱਚੋਂ, ਫਿਰ ਜਿਹੜਾ ਮਸਲਾ ਨਾ ਉੱਥੇ ਇਹ ਪ੍ਰੋਬਲਮ ਫਿਰ ਪੈਦਾ ਹੁੰਦੀ ਹੈ। ਹੁਣ ਇਹ ਲੋਕ ਜਿਹੜੇ ਨੇ ਉਹ ਮੌਲਵੀਆਂ ਦੇ ਕੀ ਕਹਿੰਦੇ ਨੇ ਦੱਸੇ ਮੈਂ ਕਹਿੰਦਾ ਇਸ ਵਾਸਤੇ ਕਿ ਮਦਰਸਿਆਂ ਦੇ ਵਿੱਚ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਉਹ ਉਹਨੂੰ ਜਨਾਬ ਉਹਦੇ ਤੇ ਅਮਲ ਕਰਦੇ ਨੇ, ਔਰ ਜੋ ਕਹਿੰਦੇ ਉਹ ਕਹਿੰਦੇ ਸਭ ਸਹੀ ਹੈ। ਕੁਰਾਨ ਮਜੀਦ ਦੇ ਵਿੱਚ ਅਗਰ ਕੋਈ ਆਇਤ ਦਾ ਗਲਤ ਤਰਜਮਾ ਕਰਕੇ ਤਸ਼ਰੀਹ ਕਰਕੇ ਉਹਨੂੰ ਪਾਉਂਦੇ ਆਉਂਦੇ ਠੀਕ ਹੈ ਜੀ, ਸਹੀ ਨਹੀਂ ਉਹਨਾਂ ਨੇ ਸਮਝਿਆ। ਹੋਰ ਕੋਈ ਕੰਮ ਉਹਨਾਂ ਨੇ ਕਰਵਾਉਣਾ ਉਹਨਾਂ ਕੋਲ, ਉਹ ਤਾਂ ਕਹਿੰਦੇ ਜੀ ਇਸਲਾਮ ਹੈ, ਉਹ ਕਹਿੰਦੇ ਜੀ ਠੀਕ ਹੈ ਜੀ, ਉਹਦੀ ਵਜ੍ਹਾ ਤੋਂ ਫਿਰ ਇਹ ਪ੍ਰੋਬਲਮ ਅੱਗੇ ਬਣਦੇ ਨੇ। ਬਹਰਹਾਲ ਜੀ, ਤੁਸੀਂ ਖੂਬਸੂਰਤ ਨਜ਼ਾਰਿਆਂ ਦੇ ਨਾਲ ਧੁੱਪ ਜਿਹੜੀ ਤੁਸੀਂ ਦੇਖੋ ਨਿਕਲੀ ਤੇ ਨਾਲ ਹੀ ਚਮਕ ਪਈ ਹਰ ਚੀਜ਼ ਨਾ, ਉਹ ਸਾਹਮਣੇ ਨਜ਼ਰ ਆ ਰਹੇ ਨੇ, ਖੇਤੋਂ ਖਲਿਆਣ ਨਜ਼ਰ ਆ ਰਹੇ ਨੇ। ਲੋਕਾਂ ਨੂੰ ਬੜੀ ਕਾਹਲੀ ਯਾਰ, ਅਸੀਂ ਇਹਨਾਂ ਨੂੰ ਲੱਗਦਾ ਕਿ ਸਪੀਡ ਉਹਨਾਂ ਨੂੰ ਕੋਈ ਜ਼ਿਆਦਾ ਚਾਹੀਦੀ ਹੈ, ਅਸੀਂ ਥੋੜੀ ਜਿਹੀ ਸਪੀਡ ਇਸ ਤਰ੍ਹਾਂ ਰੱਖੀਏ, ਸਪੀਡ ਥੋੜੀ ਜਿਹੀ ਤੇਜ਼ ਕਰੀਏ। ਬੜੀ ਕਾਹਲੀ 'ਚ ਗਿਆ ਬੰਦਾ ਨਾ ਰੇਸ ਮਾਰ ਕੇ। ਲਓ ਜੀ, ਇਲਾਕਾ ਆ ਗਿਆ ਜੀ ਬੜਾ ਖੂਬਸੂਰਤ, ਨੋਏ ਅੰਸਬਾਖ, ਜਿੱਥੇ ਅਸੀਂ ਜਾਣਾ ਚਾਹ ਰਹੇ ਹਾਂ। ਇੱਧਰ ਇਸ ਇਲਾਕੇ 'ਚ ਇੱਕ ਮਸਜਿਦ ਵੀ ਹੈ ਵੇ, ਉਜ਼ਿੰਗਨ ਦੀ ਮਸਜਿਦ, ਤੇ ਮੇਰਾ ਖਿਆਲ ਹੈ ਅੱਜ ਅਗਰ ਲੱਗੇ ਹੱਥੋਂ ਮਸਜਿਦ ਵੀ ਦੇਖ ਲਾਂਗੇ, ਜੇ ਟਾਈਮ ਮਿਲਿਆ ਤੇ ਉੱਧਰ ਵੀ ਚੱਕਰ ਲਾਵਾਂਗੇ, ਤੁਹਾਨੂੰ ਮਸਜਿਦ ਖਾਨੇ ਉਜ਼ਿੰਗਨ ਦੀ। ਇਹ ਵੀ ਉਹ 100 ਮਸਾਜਿਦ ਦੇ ਵਿੱਚ ਹੀ ਇੱਕ ਜਿਹੜਾ ਨਾ ਇਹਦਾ ਹਿੱਸਾ ਹੈ। ਇਨਸ਼ਾਅੱਲਾ ਤਾਲਾ ਅਗਲੇ ਸਾਲ ਤੱਕ ਇਰਾਦਾ 2023 2 ਸਾਲ ਬਾਅਦ ਇਹ 100 ਪਰ ਪੂਰੀਆਂ ਹੋ ਜਾਣ ਮਸਜਿਦਾਂ। ਦੇਖੋ ਹਾਂ, ਤੁਹਾਡੀ ਜੇ ਤੇ ਕਿੱਡਾ ਖੂਬਸੂਰਤ ਘਰ ਨੇ ਯਾਰ, ਇਲਾਕਾ ਪ੍ਰਾਈਵੇਟ ਇਲਾਕਾ ਹੈ, ਬੜਾ ਲੋਕਾਂ ਦੇ ਜਨਾਬ ਬਿਹਤਰੀਨ ਘਰ, ਬਿਲਕੁਲ ਸਕੂਨ ਨਾਲ ਲੋਕੀ ਬੈਠੇ ਨੇ ਆਪਣੇ ਘਰਾਂ 'ਚ। ਨੋਏ ਅੰਸਬਾਖ ਦਾ ਨਵਾਂ ਇਲਾਕਾ ਲੱਗਦਾ ਸਾਰਾ ਬਣਿਆ, ਇਹ ਸਾਰਾ ਦੇਖੋ ਤੁਸੀਂ ਅੱਗੇ ਗਲੀ ਅਗਰ ਜਾਓ ਅੱਗੋਂ ਬੰਦ ਜੇ, ਸੜਕ ਸਿਰਫ ਇੱਕ ਸਾਈਡ ਤੋਂ ਅੰਦਰ ਵੜਦੀ ਹੈ। ਕਮਾਲ ਹੋ ਗਿਆ ਵੈਸੇ ਪ੍ਰਾਈਵੇਟ ਇਲਾਕਾ। ਮੈਂ ਸ਼ਬਦ ਤੇ so schöne Gebiet und das man so diese privat habe ich nicht sowas gesehen bis jetzt, wo man alle Straßen so geschlossen hat. Das ist sehr ruhig, wenn man sowas. Wann ist das gebaut, dieses Gebiet? 1988 bis 1. Laufen auf diese Berge hoch. Ja. Das ist sehr schön. Sehen Sie direkt sehr schön. Hier kommen wir hier vorne rein. Ja. जी, डूबते सूरज के साथ ये नोए अंसबाख का जो इलाका है, इसके अंदर एक रहायशी एरिया जो तकरीबन नया ही कहला सकता है। इस तरह उन्होंने उसको बंद किया हुआ है साइडों से, जो भी गली उसके आगे डंडे लगा के, ताकि लोगों की जो सहूलत है रहाइश उसके अंदर वो उनको बिल्कुल तंगी ना हो, और सड़कें जो हैं उसके ऊपर रश ना हो। अभी मैं इसके एक रहायशी एरिया के अंदर गाड़ी देखने के लिए आया था, तो मुझे ये बड़ा ही पुरस्कून सा माहौल लगा। मैंने थोड़ा सा कहा कि चलें दोस्तों के नॉलेज के लिए चीज़ जो है उसको अपना रिकॉर्ड कर लेते हैं। दोस्तों, ये जो इलाका आपको नोए अंसबाख का दिखा रहे हैं, यहाँ से 5 किलोमीटर आगे जब हम जाएंगे ना, तो हमें मस्जिद जो हमारी उजिंगन की मस्जिद है, वो जो 100 मसाजिद के तहत एक टारगेट है, उसका एक हिस्सा वो भी है। वो भी मैंने सोचा कि चलें आपको वो फ्लोर साइम वाली दिखाई थी, तो अब आपको वो वाली मस्जिद भी दिखा देते हैं जो कि उजिंगन में है। यहाँ पे कुछ अर्सा पहले बाज़ लोगों ने उसको क्या कहते हैं कि वो 1-2 साल पहले की बात है, गालबन उसके ऊपर ना अटैक
بعض شر پسندوں نے کہہ لیں یا بعض بگڑے نوجوانوں نے یہاں کے مقامی کیا تھا، لیکن اب وہاں ہماری ماشاءاللہ آبادی جو ہے کچھ زیادہ ہو چکی ہے. اور مسجد آباد یہ بڑے خوبصورت گھر ہیں، بڑا ہی خوبصورت علاقہ ہے، نیا علاقہ ہے، گھر نظر آ رہے ہیں اور جو سڑکیں ہیں وہ بھی بڑی کھلی کھلی بنی ہوئی ہیں. ساتھ ساتھ آپ کو لے کے چلتے ہیں، شام کا وقت ہے اور سورج غروب ہو رہا ہے، تو ساتھ ساتھ نظارے جو ہیں وہ بھی دیکھیں اور پھر انشاءاللہ مسجد میں جب پہنچیں گے شاید مغرب کا ٹائم ہو جائے تو مغرب کی نماز بھی وہاں پڑھ لیں گے. یہ دیکھیں اب یہ انسباخ ختم اور ویسٹر فیلڈ 1 کلومیٹر آگے جو آئے گا. باہر دیکھیں یہ انسباخ جو ہے علاقہ دیکھ رہے ہیں آپ، اور اس سائڈ پہ اگر دیکھیں کیا خوبصورت سین ہے، کیا خوبصورت نظارے ہیں. ابھی یہ شام کا وقت ہو گیا، اس طرح چمک تو نہیں رہے، لیکن یہ ہے کہ پھر بھی اتنی لائٹ ہے کہ آپ یہ دیکھ سکیں. امید ہے ہمارے مسجد تک پہنچنے تک جو ہے نا اتنی لائٹ ہوگی کہ ہم اس کو جو خوبصورت سین ہے وہ آپ کو دکھا سکیں. یہ جو نئے علاقے آباد ہوئے ہیں، یہ اوزینگن یہاں سے دکھا رہا ہے 5 کلومیٹر، تو اب ہم ادھر کو چلیں گے. اور ساتھ یہ جو آپ سین دیکھ رہے ہیں نا، یہ قابل دید سین ہے. یہ فیلڈ برگ کا علاقہ جو پہاڑی کی اونچائی پہ، یہاں پہ لوگ پیدل بھی جاتے ہیں، سائیکلوں پہ بھی جاتے ہیں اور گاڑیاں بھی جاتی ہیں وہاں. اس سائڈ پہ کوئی آٹو ہاؤس ہے غالباً، اور سامنے یہ میکڈونلڈ جو مشہور و معروف. اور اس سائڈ پہ جو ہے Nach 200 Metern im Kreisverkehr geradeaus auf Heisterbachstraße bleiben. یہ جی اب ہم آہستہ آہستہ آگے چلتے جائیں گے اور ساتھ ساتھ آپ کو خوبصورت نظاروں کے اندر چلتے چلتے مسجد تک ساتھ لے کے چلیں گے. ہو سکتا ہے کہ ہمیں وہاں مغرب کی نماز پڑھنے کا موقع بھی مل جائے اور ساتھ آپ کو اس کے بیرونی و اندرونی نظارے بھی دکھا دیں گے. ماشاءاللہ جی ابھی شام ہو گئی ہے، لیکن اس کے باوجود جو مناظر ہیں، جو نظارے ہیں خوبصورت، وہ ابھی تک تھوڑے تھوڑے نظر آ رہے ہیں. یہ نیا علاقہ غالباً آباد ہوا ہے. یہ جو گھر آپ دیکھ رہے ہیں سائڈ پہ، یہ تھوڑا سا بات ہے جی ماشاءاللہ. یہ جتنے شہر سے جب آپ باہر نکلتے ہیں نا اور نئے علاقوں میں، تو بڑا ہی خوبصورت جو نظارہ ہے وہ آپ کو دیکھنے کو ملتا ہے. لوگ جو ادھر رہتے ہیں خوش قسمت ہیں، اپنا سائیکلنگ کرتے ہیں، پھر واک کرنے کی ٹریک بنے ہوئے ہیں، پھر یہ ہے کہ ان کا اپنا دوسرے جو کیا کہتے ہیں مشاغل وہ بھی انہوں نے رکھے ہوتے ہیں. یہاں پہ صحت کا بہترین ماحول ہے یہاں پہ. پہلے میں نے کل آپ کو جو رستہ تھا، وہ رستہ جو کہ مسجد فلورسائم کی طرف جاتا تھا موٹر وے سے ہو کے، وہ دکھایا. آج میں آپ کو دکھا رہا ہوں وہ رستہ جو فرینکفرٹ سے تقریباً 20 کلومیٹر دور اوزینگن کے اندر جو ہماری مسجد ہے، وہ 100 مساجد اسکیم کے تحت وہ ادھر جو جاتا ہے رستہ خوبصورت، وہ دکھا رہا ہوں. اور پھر انشاءاللہ مسجد بھی آپ کو دکھائیں گے، اور اگر ٹائم ہوا تو پھر وہاں انشاءاللہ مغرب عشاء کی نماز بھی پڑھیں گے. لیکن یہ منحصر ہے کہ ان کا ٹائم کیا ہے. لے جی یہ علاقہ جو اوزینگن کا خوبصورت شہر آپ دیکھ رہے ہیں سائڈ پہ، ہم اونچائی پہ اس وقت جا رہے ہیں انشاءاللہ تعالیٰ. اب ہم آہستہ آہستہ جو ہے وہ مسجد کے قریب ہوتے ہیں جاتے. ویسے وہ دیکھیں جی سامنے مسجد کا مینار نظر آ گیا. بہت ہی خوبصورت نظارہ ہے. ڈھلکتے سورج، ایک طرف سورج غروب ہو رہا ہے اور اس سائڈ سے جب ہماری نظر پڑتی ہے مسجد کے اوپر، اس کو جانے کا راستہ تھوڑا میرا آگے جا کے آئے گا، لیکن یہ ہے کہ سڑک کے اوپر سے جب یہ نظر آتے ہیں نا مینار، بڑا ہی خوبصورت منظر پیش کرتا ہے. ہم تھوڑا سا آگے سے ہو کے مسجد کی طرف آئیں گے. رائفائزنسٹراسے جو یہ والا علاقہ گیوربے، یہاں پہ مختلف فرمیں، فیکٹریاں یہ والی بن رہے، بڑی تیزی سے یہ آباد ہو رہا ہے. اب ہم ادھر چلتے ہوئے انشاءاللہ تعالیٰ، یہ بعض کا یہ گاڑیوں کے بعض گراج ہیں رستے میں، بعض کمپنی شیفر آؤٹو ویلٹ، اور آگے یہ دیکھیں جی یہ ساتھ کچھ رہائشی بھی ہیں مسجد کے قریب. اور یہ ہماری مسجد جو ہے جو اوزینگن کے وہاں پہنچ گئے ہیں.
اب دیکھنا یہ ہے کہ یہ کھلا ہوا راستہ، امید تو ہے کہ ہمیں انٹری کھلا ہوا ملے گا. یہ ہماری مسجد آ گئی. یہ دیکھیں ماشاءاللہ، لیبے فر آلے حاس فر کائنہ لا الہ الا اللہ محمد رسول اللہ. اب دیکھتے ہیں، مغرب کا ٹائم ہونے والا ہے، شاید کوئی دوست آ گئے. یہ سامنے ماشاءاللہ کافی کھلی پارکنگ ہے، اور یہ جو علاقہ ہے بہت ہی زبردست قسم کا رہائشی علاقہ ہے. وزین کا جب انسان دیکھتا ہے مسجد کو تو دل جو ہے نا انسان کا وہ خوش ہو جاتا ہے ایک دفعہ دیکھ کے کہ کہاں کہاں مسجدیں بنا دی. یہ ہے خلافت کی برکت. جو خلفاء اللہ تعالیٰ کے مقرر کردہ بندے وہ انسانوں کو کیسے کیسے رستوں کی طرف لے چلتے ہیں. یہ ہمارا راستہ اوپر جائے گا. یہ اب آپ کو ہم مسجد کا بیرونی نظارہ پہلے دکھا دیتے ہیں. ایک سائڈ سے مین سڑک سے بھی آپ نے دیکھ لیا، اور یہ ساتھ کھلی جگہ ایک گارڈن شکل میں اس سائڈ پہ بھی آپ دیکھ سکتے ہیں. اگر تسی تھوڑا دس دیو کنے نے افراد دی گنجائش؟ تقریباً 220 لوگ آ سکتے ہیں. یہ جو انٹری ہے یہ آدمیوں کے لیے ہے مین. میں ایک دفعہ ذرا یہ دیکھیں جی ماشاءاللہ صورت، اور یہ ساتھ کچن کا ہے انتظام بہت زبردست. یہ دیکھیں سارا انتظام بیٹھنے کے لیے، داس آفس بھی ہے. حضرت مسیح موعود علیہ الصلوۃ والسلام کی تصویر، پھر 5 خلفاء، اور باقی میرا خیال ہے آگے اگر چلتے ہیں ہم جوتے یہاں اتاریں گے. اور یہ جی ماشاءاللہ جی میں پہلی دفعہ آیا ہوں اس مسجد میں. زبردست قسم کی خوبصورت، اور آپ کے علاقے کے لیے میرا خیال کافی ہے ابھی فی الحال جو لوگ ادھر رہتے ہیں نا، ہے نا. یہ دیکھیں جی ماشاءاللہ بڑی اچھی ہائی کوالٹی کی ہر چیز جو اندر موجود ہے. یہ جی یہ ابھی بتا رہے ہیں کہ یہ جو خوبصورت انہوں نے بنایا نا، سارا ابھی تازہ بنایا ہے، پہلے یہ سارا سسٹم نہیں تھا. اللہ تعالیٰ کے جو گھر ہوتے ہیں ان کو آپ جتنا خوبصورت بنائیں تو میرا خیال جنت میں بھی پھر آپ کے لیے ویسا ہی خوبصورت انتظام جو ہے بڑی اچھا ہے. انہوں نے پھولوں کا بھی انتظام کیا. لیں جی یہ اب ہم آگے ہیں وہ جو نیچے لیڈیز کے لیے جو انتظام ہے لجنہ کے لیے. ابھی کرونا حالات میں تو آج کل اجازت نہیں ہے لیڈیز یا لجنہ کی، لیکن یہ ہے کہ جب حاضری انشاءاللہ تعالیٰ کرونا ٹائم دور ہوگا پھر یہ رونقیں دوبارہ. ادھر کتنی گنجائش ہے؟ تقریباً دیکھیں جی ماشاءاللہ سارا صاف ستھرا نظام ہے. یہ جرمنی یا ان ممالک میں ویسے ہی اسٹینڈرڈ کے مطابق ہر چیز اویلیبل. اور مسجد 2004 میں یہ بتا رہے ہیں مسجد تعمیر ہوئی ہے. اور وہ جو واقعہ ہوا تھا جس میں آگ کو شیشے توڑے گئے پچیس دسمبر 2004 کو وہ کسی بندے نے آ کے تو میرا شیشے وغیرہ توڑے تھے. اس کے بعد وہ کوئی میرا انشورنس وغیرہ کے ساتھ پھر سارا سسٹم جو ہے. اور یہ دیکھیں ساتھ انتظام کیا ہوا ہے سپورٹ کے لیے بھی، تاکہ جو نوجوان ہیں یا دوسرے جب فارغ وقت ہو تو آ کے اپنا وہاں سپورٹ کے لیے ٹیبل ٹینس وغیرہ کا بھی. اشہد اشہد ان محمد رسول اللہ. حی علی الصلاۃ، حی علی الفلاح. لا الہ الا اللہ